ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਬਖਸ਼ਦੀ ਹੈ ਗੁਰਬਾਣੀ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਕਰਮਖੰਡ ਵਿੱਚ ਆ ਕੇ ਸਾਰੇ ਹੀ ਯੋਧੇ ਹਨ, ਮਹਾਬਲੀ ਸੂਰਮੇ ਹਨ। ਕਿਉਂਕਿ ਵह ਗੁਰਬਾਣੀ ਫੁਰਮਾਨ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮਹਿ, ਸੋ ਕਹੀਅਤ ਹੈ ਸੂਰਾ। ਦੁਨੀਆ ਵਾਲੇ ਯੋਧੇ ਤਾਂ ਸਰੀਰ ਕਰਕੇ ਥੋੜੇ ਸਮੇਂ ਲਈ ਹੁੰਦੇ ਹਨ, ਸੋ ਜਿਹੜੇ ਗੁਰਮਤ ਦੇ ਯੋਧੇ ਹਨ, ਇਹ ਆਤਮਿਕ ਤੌਰ ਤੇ ਸਦਾ ਹੀ ਹੁੰਦੇ ਹਨ। ਸੋ ਕਰਮਖੰਡ ਵਾਲਾ ਤਾਂ ਕਾਲ ਦੀ ਜੋ ਪਕੜ ਹੈ ਸੰਸਾਰ ਦੇ ਵਿੱਚ, ਉਸ ਕਾਲ ਨੂੰ ਵੀ ਜਿੱਤ ਲੈਂਦਾ ਹੈ। ਬਾਕੀਆਂ ਦਾ ਕੀ ਹਾਲ ਹੈ? ਸੋ ਸਾਰਾ ਕੁਝ ਜੱਗ ਦੇ ਅੰਦਰ ਜ਼ਾਹਰ ਹੈ। ਦਸਮ ਗ੍ਰੰਥ ਦੇ ਅੰਦਰ ਵੀ ਦਸਵੇਂ ਪਾਤਸ਼ਾਹ ਕਹਿੰਦੇ ਆ, ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸ਼ਨ ਆਏ, ਤਿਤੇ ਕਾਲ ਖਾਪਿਓ ਨਾ ਤੇ ਕਾਲ ਘਾਏ। ਸੋ ਪਾਤਸ਼ਾਹ ਕਹਿੰਦੇ, ਵੱਡੇ ਵੱਡੇ ਕਾਲ ਨੇ ਖਾ ਲਏ, ਕਾਲ ਪਰਮੇਸ਼ਰ ਦੇ ਦਰ ਦਾ ਕੂਕਰ ਹੈ। ਸੋ ਜਿਹੜਾ ਸ਼ੇਰ ਦੀ ਸਰਨ ਬੈਠਾ ਹੋਵੇ ਤਾਂ ਉਸ ਨੂੰ ਕਿਸ ਦਾ ਡਰ ਨਹੀਂ ਹੈ। ਕਾਲ ਦਾ ਬਾਰ ਵੀ ਮਾਇਆ ਧਾਰੀਆਂ ਤੇ ਹੀ ਹੁੰਦਾ, ਹੁਕਮੀਆਂ ਤੇ ਨਹੀਂ ਹੁੰਦਾ। ਜਿਹੜੇ ਹੁਕਮੀ ਹੁੰਦੇ ਹਨ ਉਹ ਕਰਮਖੰਡ ਵਾਲੇ ਯੋਧੇ ਮਹਾਬਲੀ ਹਨ, ਜਿਨ੍ਹਾਂ ਨੇ ਕਾਲ ਨੂੰ ਵੀ ਜਿੱਤ ਲਿਆ। ਇਸ ਕਰਕੇ ਸੰਸਾਰੀ ਬੋਲੀ ਹੋਰ ਹੈ, ਭਗਤਾਂ ਦੀ ਨਿਰਾਕਾਰੀ ਬੋਲੀ ਹੋਰ ਹੈ। ਸਾਡੇ ਕੋਲ ਸਿਰਫ ਅੱਖਰ ਹੀ ਹਨ, ਭਗਤਾਂ ਕੋਲ ਵਿਦਿਆ ਹੈ। ਉਹਨਾਂ ਨੇ ਇਹਨਾਂ ਅੱਖਰਾਂ ਵਿੱਚ ਵਿਦਿਆ ਦੱਸੀ ਹੈ, ਜੋ ਸਮਝ ਕੇ ਬੁੱਝਣ ਦਾ ਵਿਸ਼ਾ ਹੈ। ਫਿਰ ਸਾਰੀ ਰਾਜਾ ਰਾਮ ਦੀ ਕਹਾਣੀ ਹੈ ਜਿਹੜੀ ਸਾਹਮਣੇ ਆ ਜਾਂਦੀ ਹੈ। ਨਹੀਂ ਤਾਂ ਗੁਰਬਾਣੀ ਪੜ੍ਹਨ ਤੱਕ ਹੀ ਸੀਮਤ ਹੈ, ਜਾਂ ਵੱਧ ਤੋਂ ਵੱਧ ਯਾਦ ਹੋ ਸਕਦੀ ਹੈ। ਇਹੀ ਕੁਝ ਅੱਜ ਸੰਸਾਰ ਦੇ ਅੰਦਰ ਧਾਰਮਿਕ ਸ਼੍ਰੇਣੀ ਦੇ ਜਿਹੜੇ ਲੋਕ ਨੇ ਕਰ ਰਹੇ ਹਨ। ਸੋ ਕਰਨਾ ਕੀ ਸੀ? ਇਨ ਅੱਖਰਾਂ ਮੈਂ ਹੈ ਕੋਈ ਗੁਰਮੁਖ ਖੋਜੈ, ਤਾਂ ਸਿਰ ਲੇਖ ਨਾ ਹੋਈ। ਕਰਨਾ ਇਹ ਕੁਝ ਸੀ। ਸੋ ਗੁਰਬਾਣੀ ਇਹ ਗੱਲ ਆਖਦੀ ਹੈ ਕਿ ਜੋ ਅਸੀਂ ਅੱਖਰ ਤੁਹਾਨੂੰ ਲਿਖੇ, ਪਾਤਸ਼ਾਹ ਕਹਿੰਦੇ, ਇਹਨਾਂ ਦੇ ਵਿੱਚੋਂ ਪਹਿਲਾਂ ਖੋਜ ਕਰਿਓ। ਫਿਰ ਅੱਖਰਾਂ ਦੇ ਵਿੱਚ ਜੋ ਵੀ ਤੁਹਾਨੂੰ ਕੁਛ ਦਿੱਤਾ ਗਿਆ, ਵਸਤੂ ਦਿੱਤੀ ਗਈ ਹੈ, ਉਸ ਵਸਤੂ ਨੂੰ ਪ੍ਰਾਪਤ ਕਰਕੇ ਆਪਣੇ ਅੰਦਰ ਖੋਜ ਕਰੋ। ਫਿਰ ਉਹ ਜਿਹੜੀ ਵਸਤੂ ਹੈ ਉਹ ਪ੍ਰਾਪਤ ਹੋ ਜਾਂਦੀ ਹੈ, ਉਹ ਤੱਤ ਮਿਲ ਜਾਂਦਾ ਹੈ। ਸੋ ਤਿੱਥੈ ਜੋਧ ਮਹਾਬਲ ਸੂਰ, ਕਰਮਖੰਡ ਦੇ ਅੰਦਰ ਜਦੋਂ ਬਾਣੀ ਪ੍ਰਗਟ ਹੋ ਜਾਂਦੀ ਹੈ, ਜ਼ੋਰ ਆ ਜਾਂਦਾ ਗੁਰਮੁਖ ਦੇ ਹਿਰਦੇ ਅੰਦਰ, ਫਿਰ ਉਹ ਯੋਧਾ ਬਣਦਾ ਹੈ ਔਰ ਮਹਾਬਲੀ ਹੁੰਦਾ ਹੈ। ਉਹਦੇ ਮੁਕਾਬਲੇ ਦੇ ਵਿੱਚ ਕੋਈ ਵੀ ਨਹੀਂ ਹੁੰਦਾ। ਉਹਨਾਂ ਗੁਰਮੁਖਾਂ ਦਾ ਜਿਹੜਾ ਜ਼ੋਰ ਹੈ, ਤਾਕਤ ਹੈ, ਸੱਚ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ, ਤਿਨ ਮੈਂ ਰਾਮ ਰਿਹਾ ਭਰਪੂਰ। ਸਾਰੇ ਹੀ ਯੋਧੇ ਨੇ, ਕਿਉਂਕਿ ਰਾਮ ਭਰਪੂਰ ਹੈ, ਰਾਮ ਸਭ ਦੇ ਅੰਦਰ ਹੈ। ਪਰ ਉਹਨਾਂ ਦੇ ਅੰਦਰ ਪਰਮ ਆਨੰਦ ਦੀ ਅਵਸਥਾ ਵਿੱਚ ਹੈ। ਗਿਆਨ ਖੁਰਾਕ ਹੈ ਰਾਮ ਦੀ। ਸੋ ਹੁਣ ਗਿਆਨ ਪ੍ਰਚੰਡ ਹੈ, ਤੇ ਗਿਆਨ ਪ੍ਰਚੰਡ ਵੀ ਤਾਂ ਹੀ ਹੁੰਦਾ ਜੇ ਖੁਰਾਕ ਸਹੀ ਮਿਲੇ। ਤਾਂ ਹੀ ਤਾਂ ਨਿਰਭਉ ਹੈ, ਨਿਰਵੈਰ ਹੈ। ਪੂਰਾ ਹੀ ਕਿਸੇ ਦੀ ਭੁੱਖ ਨੂੰ ਮਿਟਾ ਸਕਦਾ ਹੈ, ਜਾਂ ਖੋਟ ਹੋਵੇ ਉਹ ਕੱਢ ਸਕਦਾ ਹੈ। ਬਾਕੀ ਤਾਂ ਈਰਖਾ ਦੇ ਵਸ ਪੈ ਕੇ ਬੋਲਦੇ ਰਹਿੰਦੇ। ਪੂਰਾ ਹੀ ਭਲੇ ਵਾਸਤੇ ਬੋਲਦਾ ਹੈ, ਕਿਉਂਕਿ ਉਸ ਦੇ ਅੰਦਰ ਪ੍ਰੇਮ ਹੁੰਦਾ ਹੈ ਆਤਮਾ ਦੇ ਤੌਰ ਤੇ।
ਜੇ ਕੋਈ ਬਚਨ ਸਖਤੀ ਨਾਲ ਵੀ ਕਹਿੰਦਾ ਹੈ, ਉਨੀ ਹੀ ਉਸਦੀ ਖੋਟ ਦਿਸਦੀ ਹੈ ਉਸ ਨੂੰ। ਜਿਵੇਂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਸ਼ਬਦ ਮੂਰਖ ਵੀ ਵਰਤਿਆ, ਅੰਧਘੋਰ ਆਖਿਆ, ਹਰਾਮਖੋਰ ਆਖਿਆ, ਸਾਕਤ ਆਖਿਆ, ਦੁਸ਼ਟ ਆਖਿਆ, ਹੰਕਾਰੀ ਆਖਿਆ। ਇਹ ਉਹਨਾਂ ਨੂੰ ਆਖਿਆ ਜਿਨ੍ਹਾਂ ਦੇ ਅੰਦਰ ਜ਼ਿਆਦਾ ਖੋਟ ਹੈ। ਉਹ ਖੋਟ ਨੂੰ ਦੂਰ ਕਰਨ ਵਾਸਤੇ, ਜਿਵੇਂ ਲੋਹਾ ਜ਼ਿਆਦਾ ਵਿੰਗਾ ਟੇਢਾ ਹੋਵੇ ਉਹਨੂੰ ਉਨਾ ਹੀ ਗਰਮ ਕਰਨਾ ਪੈਂਦਾ, ਉਨੀ ਉਹਦੇ ਸੱਟ ਮਾਰਨੀ ਪੈਂਦੀ। ਸੋ ਪਾਤਸ਼ਾਹ ਕਹਿੰਦੇ ਤੁਸੀਂ ਤਾਂ ਖੋਟ ਨੂੰ ਹੀ ਸੱਚ ਮੰਨੀ ਬੈਠੇ ਹੋ, ਵਾਸਤਵ ਦੇ ਵਿੱਚ ਇਹ ਤੁਹਾਡੇ ਅੰਦਰ ਖੋਟ ਹੈ, ਸੱਚ ਨਹੀਂ। ਫਸ ਜਾਓਗੇ ਜਦੋਂ ਤੁਹਾਡੀ ਤਲਾਸ਼ੀ ਹੋਵੇਗੀ। ਹੁਣ ਹੀ ਸੁੱਟ ਦਿਓ ਇੱਥੇ, ਸੱਚ ਇਕੱਠਾ ਕਰੋ। ਇਹ ਗੱਲ ਕੌਣ ਕਹਿੰਦਾ? ਤਿੰਨ ਮੈਂ ਰਾਮ ਰਿਹਾ ਭਰਪੂਰ। ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੈ, ਭਾਵ ਕਿ ਜਿਹੜੇ ਰਾਮ ਦੇ ਕੋਲ ਸੱਚ ਦੀ ਪੂਰੀ ਸੋਝੀ ਹੈ, ਪੂਰਾ ਪ੍ਰਭ ਹੈ, ਜਿਹੜਾ ਜਿਸ ਰਾਮ ਨੇ ਪੂਰਾ ਨਾਮ ਪ੍ਰਾਪਤ ਕਰ ਲਿਆ, ਪੂਰੀ ਸੋਝੀ ਆਪਣੇ ਆਪ ਨੂੰ ਜਾਣ ਲਿਆ, ਜਿਸ ਰਾਮ ਨੇ ਆਪਣੇ ਆਪ ਨੂੰ ਜੋਤੀ ਸਰੂਪ ਜਾਣ ਲਿਆ, ਉਹ ਭਰਪੂਰ ਹੈ, ਪੂਰਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਹੁਣ ਜਦੋਂ ਭਰਪੂਰ ਹੈ ਤੇ ਫਿਰ ਅੱਗੇ ਕੀ ਹੈ? ਉੱਥੇ ਕਾਹਦੇ ਨਾਲ ਜੁੜਿਆ ਹੋਇਆ? ਸੀਤੋ ਕਾਹਦੇ ਨਾਲ ਹੋਇਆ? ਸੀਤਾ ਕਾਹਦੇ ਨਾਲ ਹੋਇਆ? ਜੁੜਿਆ ਵੀ ਹੈ ਨਾ, ਕਿਸੇ ਚੀਜ਼ ਨੇ ਭਰਪੂਰ ਕੀਤਾ। ਉਹ ਭਰਪੂਰ ਕਰਨ ਵਾਲੀ ਵਸਤੂ ਕੀ ਹੈ? ਉਹ ਹੈ ਸੱਚ। ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਟੈ। ਜਿਹੜੀ ਆਤਮਾ ਪ੍ਰਾਤਮਾ ਸੱਚ ਦੇ ਨਾਲ ਇੱਕਮਿਕ ਹੋ ਗਈਆਂ, ਉਹਨਾਂ ਨੂੰ ਕੋਈ ਦੁਬਾਰਾ ਪਾਟ ਨਹੀਂ ਸਕਦਾ, ਭੰਗ ਨਹੀਂ ਕਰ ਸਕਦਾ। ਸਵੈਮ ਉਹਦੀ ਆਪਣੀ ਇੱਛਾ ਤਾਂ ਹੈ, ਉਹ ਆਪਣੇ ਆਪ ਪਾੜ ਦੇਵੇ, ਪਰ ਉਹਨੂੰ ਕੋਈ ਦੂਜਾ ਨਹੀਂ ਪਾੜ ਸਕਦਾ, ਮਾਇਆ ਨਹੀਂ ਡੁਲਾ ਸਕਦੀ। ਇਸ ਤਰ੍ਹਾਂ ਜੁੜਿਆ ਰਹਿੰਦਾ ਹੈ ਮਹਿਮਾ ਦੇ ਵਿੱਚ। ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰਸਿਓ ਲਾਗਾ। ਸੀਤਾ ਗਿਆ ਹਰ ਦੇ ਨਾਲ, ਗੁਣ ਗਾਉਂਦਾ ਤੇ ਗਾਉਂਦੇ ਦਾ ਹੀ ਸਮਾਂ ਬਤੀਤ ਹੋ ਰਿਹਾ। ਤਿੱਥੈ ਸੀਤੋ ਸੀਤਾ ਮਹਿਮਾ ਮਾਏ। ਹੇ ਮੇਰੇ ਮਨਾ, ਜਿੰਨਾ ਚਿਰ ਤੂੰ ਆਪਣੇ ਮੂਲ ਦੇ ਨਾਲ ਨਹੀਂ ਜੁੜਦਾ, ਉਨਾ ਚਿਰ ਸੀਤਾ ਨਹੀਂ ਜਾਂਦਾ, ਉਨਾ ਚਿਰ ਤੈਨੂੰ ਮਹਿਮਾ ਦਾ ਨਹੀਂ ਪਤਾ ਲੱਗਦਾ, ਭਾਵ ਕਿ ਅਸਲੀਅਤ ਦਾ ਨਹੀਂ ਪਤਾ ਲੱਗਦਾ, ਸੱਚ ਦਾ ਨਹੀਂ ਪਤਾ ਲੱਗਦਾ। ਤੇ ਜਦੋਂ ਸੀਤਾ ਜਾਂਦਾ ਹੈ, ਸਾਰੀ ਸੋਝੀ ਆ ਜਾਂਦੀ ਹੈ। ਪਾਤਸ਼ਾਹ ਕਹਿੰਦੇ ਤਾਂ ਕਿ ਰੂਪ ਨਾ ਕਥਨੇ ਜਾਏ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਕਿੱਥੋਂ ਲੱਭੋਗੇ? ਉਹ ਤਾਂ ਸਮੁੰਦਰ ਵਿੱਚ ਸਮਾ ਗਿਆ। ਸਾਰੇ ਹੀ ਭਗਤ ਗੁਰ ਸਮੁੰਦਰ ਵਿੱਚ ਸਮਾ ਗਏ, ਭਾਵ ਸੱਚ ਵਿੱਚ ਸਮਾ ਗਏ। ਬੂੰਦ ਸੀ ਪਹਿਲਾਂ, ਹੁਣ ਸਮੁੰਦਰ ਬਣ ਗਈ। ਹੁਣ ਗੱਲ ਸਮੁੰਦਰ ਦੀ ਕਰੋ, ਨਾ ਕਿ ਬੂੰਦ ਦੀ। ਜੇ ਪਾਰ ਜਾਣਾ ਤਾਂ ਉਹਨਾਂ ਨੇ ਰਸਤਾ ਦੱਸਿਆ ਬਾਕੀ ਬੂੰਦਾਂ ਨੂੰ ਕਿ ਸਮੁੰਦਰ ਵਿੱਚ ਕਿੰਝ ਸਮਾਉਣਾ ਹੈ। ਉਹ ਮਾਰਗ ਹੈ ਗੁਰਬਾਣੀ, ਹੋਰ ਕੋਈ ਮਾਰਗ ਨਹੀਂ। ਇਸੇ ਕਰਕੇ ਵਚਨ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਲਾਜ ਰਸਤਾ ਵੀ ਦੱਸਿਆ ਤੇ ਚੇਤਾਵਨੀ ਵੀ ਦਿੱਤੀ ਹੈ ਕਿ ਸਾਡੇ ਮਗਰ ਨਾ ਆਇਓ, ਸਾਡੀ ਗੱਲ ਨੂੰ ਮੰਨਿਓ ਜ਼ਰੂਰ ਜੋ ਅਸੀਂ ਕਿਹਾ, ਪਰ ਜੋ ਕੁਛ ਅਸੀਂ ਕੀਤਾ ਸਰੀਰ ਕਰਕੇ ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕਰਿਓ। ਜੋ ਕੁਛ ਅਸੀਂ ਆਤਮਿਕ ਤੌਰ ਤੇ ਕੀਤਾ ਉਹ ਕੁਛ ਕਰਨ ਦੀ ਕੋਸ਼ਿਸ਼ ਕਰਿਓ। ਇਹ ਬਹੁਤ ਸਮਝਣ ਵਾਲਾ ਨੁਕਤਾ ਹੈ। ਗੁਰ ਕਹਿਆ ਸਾਕਾਰ ਕਮਾਵੋ, ਕਹਿੰਦੇ ਜਿਹੜਾ ਗੁਰ ਰਾਰੇ ਨੂੰ ਸਿਆਰੀ ਹੈ, ਜੋ ਵੀ ਅਸੀਂ ਤੁਹਾਨੂੰ ਉਪਦੇਸ਼ ਦਿੱਤਾ ਹੈ, ਜੋ ਵੀ ਸਿੱਖਿਆ ਦਿੱਤੀ ਹੈ, ਜੋ ਵੀ ਗੁਰਮਤਿ ਤੁਹਾਨੂੰ ਦੱਸੀ ਹੈ, ਉਹਨੂੰ ਕਮਾਇਓ। ਗੁਰ ਕੀ ਕਰਨੀ ਕਾਹੇ ਧਾਇਓ। ਅਸੀਂ ਕਿਵੇਂ ਗੁਰਮਤਿ ਧਾਰਨ ਕੀਤੀ ਹੈ, ਉਧਰ ਨੂੰ ਨਾ ਜਾਇਓ। ਉਹ ਸਾਡੇ ਵੇਲੇ ਹੋਰ ਹਾਲਾਤ ਸੀ ਸਰੀਰਾਂ ਦੇ, ਹੁਣ ਸਮਾਂ ਹੋਰ ਹੈ, ਹੁਣ ਸਰੀਰ ਦੇ ਹਾਲਾਤ ਹੋਰ ਨੇ। ਮਾਰਗ ਉਹੀ ਹੈ, ਰਸਤਾ ਉਹੀ ਹੈ, ਚੱਲਣ ਵਾਲੇ ਵੱਖਰੋ ਵੱਖਰੇ ਹੈ,
ਪਰ ਜੇ ਤੁਸੀਂ ਜਿਹੜੇ ਮਾਰਗ ਤੇ ਅਸੀਂ ਚੱਲੇ ਉਸੇ ਮਾਰਗ ਤੇ ਤੁਸੀਂ ਚੱਲੋਗੇ, ਫਿਰ ਸਾਡੇ ਵਰਗੇ ਹੀ ਹੋ। ਫਿਰ ਸਾਡੇ ਚ ਤੁਹਾਡੇ 'ਚ ਕੋਈ ਫਰਕ ਨਹੀਂ ਰਹੂਗਾ। ਹੁਕਮ ਬੁੱਝ ਕੇ ਹੁਕਮ ਅਨੁਸਾਰ ਚੱਲਿਓ। ਪਾਤਸ਼ਾਹ ਕਹਿੰਦੇ ਜਿੱਥੇ ਅਸੀਂ ਹਾਂ ਉੱਥੇ ਤੁਸੀਂ ਆ ਜਾਓਗੇ। ਅਸੀਂ ਜੋ ਕੁਝ ਕੀਤਾ ਹੁਕਮ ਉਸੇ ਤਰ੍ਹਾਂ ਹੀ ਸੀ, ਜਿਸ ਤਰ੍ਹਾਂ ਤੁਹਾਨੂੰ ਹੁਕਮ ਰੱਖੂ ਉਸੇ ਤਰ੍ਹਾਂ ਤੁਸੀਂ ਰਾਜੀ ਖੁਸ਼ੀ ਰਹਿਓ। ਹੁਕਮ ਦਾ ਵਿਰੋਧ ਨਾ ਕਰਿਓ ਪਾਤਸ਼ਾਹ ਕਹਿੰਦੇ, ਪਰ ਮਨਾ ਤੂੰ ਤਾਂ ਉਹੀ ਕਰੀ ਜਾ ਰਿਹਾ। ਜਿਹੜੀ ਗੱਲਾਂ ਤੋਂ ਤੈਨੂੰ ਗੁਰਬਾਣੀ ਬਾ ਪਾਤਸ਼ਾਹੀਆਂ ਬਾ ਭਗਤ ਸਾਹਿਬਾਨਾਂ ਨੇ ਰੋਕਿਆ ਉਹ ਤਾਂ ਤੂੰ ਖੁਦ ਕਰੀ ਜਾ ਰਿਹਾ। ਜਿਸ ਤੋਂ ਤੈਨੂੰ ਉਹਨਾਂ ਨੇ ਮਨਾ ਕੀਤਾ ਉਪਦੇਸ਼ ਛੱਡ ਕੇ ਉਹਨਾਂ ਨਾਲ ਹੀ ਜੁੜ ਗਿਆ। ਇਹੀ ਗਲਤੀ ਤੈਨੂੰ ਸੋਝੀ ਨਹੀਂ ਆਉਣ ਦਿੰਦੀ। ਜਾਣਾ ਜਾਤ ਤੋਂ ਜੋਤ ਤੱਕ ਸੀ, ਤੂੰ ਜੋਤ ਨੂੰ ਛੱਡ ਕੇ ਜਾਤ ਤੇ ਆ ਗਿਆ। ਇਸੇ ਕਰਕੇ ਪ੍ਰਾਪਤੀ ਕੋਈ ਨਹੀਂ ਹੋ ਰਹੀ। ਉਹ ਤਾਂ ਬੂੰਦ ਤੋਂ ਸਾਗਰ ਹੋ ਗਏ, ਹੁਣ ਬੂੰਦ ਨੂੰ ਸਾਗਰ ਚੋਂ ਕਿੱਥੋਂ ਭਾਲੋਗੇ। ਉਹਨਾਂ ਦੀ ਤਾਂ ਹੁਣ ਇੱਕ ਗੱਲ ਹੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਨਹੀਂ ਕਹਿ ਸਕਦਾ ਕੋਈ। ਜਿਹੜੇ ਆਖਦੇ ਹਨ ਰੱਬ ਸਾਰੇ, ਫਿਰ ਝਗੜੇ ਪੈਂਦੇ ਹਨ। ਜਿਹੜੇ ਆਖਦੇ ਹਨ ਰੱਬ ਬਾਰੇ ਕਿ ਇਸ ਤਰ੍ਹਾਂ ਦਾ, ਫਿਰ ਉਹ ਝਗੜੇ ਦਾ ਕਾਰਨ ਬਣ ਜਾਂਦਾ ਕਿ ਸਾਡਾ ਗੁਰੂ ਪੂਰਾ ਹੈ, ਉਹ ਕਹਿੰਦੇ ਸਾਡਾ ਗੁਰੂ ਪੂਰਾ ਹੈ। ਚਲੋ ਮੰਨ ਲੈਂਦੇ ਹਾਂ ਕਿ ਜੇ ਤੁਹਾਡਾ ਗੁਰੂ ਪੂਰਾ ਹੈ ਤਾਂ ਤੁਸੀਂ ਕੀ ਹੋ ਫਿਰ? ਜੇ ਤੁਸੀਂ ਪੂਰੇ ਹੋ ਗਏ ਤਾਂ ਦੱਸੋ। ਐਵੇਂ ਖੁਸ਼ਾਮਦੀਦ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਵੀ ਪੂਰੇ ਹੋ, ਤੁਹਾਡਾ ਗੁਰੂ ਵੀ ਪੂਰੇ, ਫਿਰ ਤਾਂ ਗੁਰਬਾਣੀ ਦਾ ਵਚਨ ਸੱਚ ਹੈ ਨਾ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤੇ ਪੂਰੇ ਤਾਂ ਗੁਰੂ ਨਾਨਕ ਸਾਹਿਬ ਵੀ ਸਨ, ਪੂਰੇ ਤਾਂ ਸ੍ਰੀ ਕਬੀਰ ਸਾਹਿਬ ਜੀ ਵੀ ਸਨ। ਫਿਰ ਉਹਨਾਂ ਵਰਗਾ ਕੁਛ ਲੱਛਣ ਦਿਖਾਓ ਜੀਵਨ 'ਚ, ਉਹਨਾਂ ਵਰਗੀ ਕਿਰਿਆ ਦਿਖਾਓ ਕੋਈ। ਫਿਰ ਕੋਈ ਵੀ ਨਹੀਂ ਦਿਖਾਉਂਦਾ। ਹੇ ਮੇਰੇ ਮਨਾ, ਪਰ ਇੱਕ ਗੱਲ ਤੂੰ ਯਾਦ ਰੱਖ, ਤੈਂ ਕੀ ਲੈਣਾ, ਕੋਈ ਪੂਰਾ ਹੈ ਕੋਈ ਨਹੀਂ ਹੈ। ਤੂੰ ਆਪਣੇ ਅੰਦਰ ਝਾਤੀ ਮਾਰ ਵੀ ਤੂੰ ਕਿੰਨਾ ਕੁ ਅਧੂਰਾ ਕਿੰਨਾ ਕੁ ਪੂਰਾ। ਆਪਣੀ ਖੋਟ ਦੂਰ ਕਰ, ਦੂਜੇ ਦੀ ਛੱਡ। ਸਮਾਂ ਤੇਰੇ ਕੋਲ ਵੀ ਥੋੜਾ ਹੀ ਹੈ। ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ। ਉਹਨਾਂ ਦਾ ਜਿਹੜਾ ਰੂਪ ਹੈ ਉਹਨੂੰ ਕੋਈ ਕਥਨ ਨਹੀਂ ਕਰ ਸਕਦਾ। ਹੁਣ ਸਰੀਰ ਦਾ ਜਿਹੜਾ ਰੂਪ ਹੈ ਜਿਹਨੂੰ ਅਸੀਂ ਮੰਨੀ ਬੈਠੇ ਹਾਂ, ਉਹ ਤਾਂ ਅਸੀਂ ਕਥਨ ਕਰ ਦਿੰਦੇ ਹਾਂ ਵੀ ਫਲਾਣੇ ਦੇ ਅੱਖਾਂ ਇਹੋ ਜਿਹੀਆਂ ਸੀ, ਹੱਥ ਇਹੋ ਜਿਹੇ ਸੀ, ਰੰਗ ਇਹੋ ਜਿਹਾ ਸੀ, ਪੈਰ ਇਹੋ ਜਿਹੇ ਸੀ। ਪਰ ਪਾਤਸ਼ਾਹ ਨੇ ਰੂਪ ਦੀ ਗੱਲ ਕੀਤੀ, ਤਾਂ ਕਿ ਰੂਪ ਨਾ ਕਥਨੇ ਜਾਏ। ਰੂਪ ਤੇ ਸਰੂਪ ਆਤਮਾ ਦਾ ਹੈ ਕਿ ਉਹਨਾਂ ਦਾ ਜਿਹੜਾ ਰੂਪ ਹੈ, ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ, ਜਿਹੜਾ ਹੁਕਮ ਉਹਨਾਂ ਨੇ ਬੁੱਝ ਕੇ ਦੱਸਿਆ, ਉਹਦਾ ਕਥਨ ਕੋਈ ਉਹੀ ਕਰ ਸਕਦਾ ਜਿਹੜਾ ਉਸ ਅਵਸਥਾ ਤੇ ਜਾਊਗਾ। ਦੂਜਾ ਨਹੀਂ ਕਥਨ ਕਰ ਸਕਦਾ। ਜਿਹਨੇ ਗੁੜ ਖਾਧਾ ਹੀ ਨਹੀਂ, ਉਹ ਗੁੜ ਦਾ ਸਵਾਦ ਕਿੱਥੋਂ ਦੱਸੂਗਾ? ਜਿਹੜਾ ਖਾਊਗਾ ਉਹ ਦੱਸੂ ਵੀ। ਜਿਹੜਾ ਪਹਿਲਾਂ ਹੀ ਪਾਟਿਆ ਹੋਇਆ, ਸੀਤਾ ਹੀ ਨਹੀਂ ਗਿਆ, ਜਿਹਦੇ ਕੋਲ ਸੱਚ ਆਏ ਹੀ ਨਹੀਂ, ਉਹ ਕਿਵੇਂ ਦੱਸੂ? ਹੁਣ ਪਾਤਸ਼ਾਹ ਕਹਿੰਦੇ ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨਿ ਮਾਇਆ। ਬੜੀ ਵੱਡੀ ਗੱਲ ਲਿਖੀ ਪਾਤਸ਼ਾਹ ਨੇ। ਮਰਨਾ ਤਾਂ ਹੈ ਹੀ ਨਹੀਂ। ਹੁਣ ਜਦੋਂ ਜਨਮ ਹੀ ਨਹੀਂ, ਫਿਰ ਮਰਨ ਕਿੱਥੋਂ ਹੋਣਾ? ਮਿੱਟੀ ਹੈ, ਸਰੀਰ ਇਹ ਵੀ ਛੱਡ ਦੇਣੀ ਹੈ ਜਿਸ ਦਿਨ ਹੁਕਮ ਹੋਇਆ। ਠੱਗਣ ਦੀ ਗੱਲ ਵਿਚਾਰਨ ਵਾਲੀ ਹੈ, ਜਿਹੜੀ ਜ਼ਰੂਰੀ ਹੈ ਇਹਦੇ ਅੰਦਰ। ਕਰਮਖੰਡ ਵਾਲਿਆਂ ਨੂੰ ਕੋਈ ਠੱਗ ਨਹੀਂ ਸਕਦਾ, ਕਿਉਂਕਿ ਪ੍ਰਚੰਡ ਗਿਆਨ ਹੈ। ਠੱਗਣ ਵਾਲੇ ਕੋਲ ਘੱਟ ਗਿਆਨ ਹੁੰਦਾ ਭਗਤਾਂ ਨਾਲੋਂ, ਗੁਰਮੁਖਾਂ ਨਾਲੋਂ। ਸੋ ਇਸ ਸੰਸਾਰ ਦੇ ਅੰਦਰ ਬੜੇ ਬੜੇ ਰਾਜੇ, ਹਰੀਸ਼ ਚੰਦਰ ਵਰਗੇ, ਬਲੀ ਵਰਗੇ, ਉਹ ਤਾਂ ਠੱਗੇ ਗਏ।
ਹੋਰ ਬਥੇਰੇ ਨੇ ਅੱਜ ਵੀ ਠੱਗੇ ਜਾ ਰਹੇ ਹਨ। ਰਾਜੇ, ਚੌਧਰੀ, ਧਾਰਮਿਕ ਆਗੂ ਸਭ ਠੱਗੇ ਜਾ ਰਹੇ ਹਨ, ਕਿਉਂਕਿ ਪੂਰਨ ਬੁੱਧ ਨਹੀਂ। ਦਿਖਾਓ ਅੱਜ ਤੱਕ ਕਿਸੇ ਭਗਤ ਨੂੰ ਬਾ ਗੁਰ ਨੂੰ ਬਾ ਗੁਰਮੁਖ ਨੂੰ ਕਿਸੇ ਨੇ ਠੱਗਿਆ ਹੋਵੇ। ਚਾਹੇ ਸੰਸਾਰੀ ਪੱਧਰ ਤੇ ਹੀ ਦੱਸ ਦਿਓ। ਇਹਨਾਂ ਨੂੰ ਤਾਂ ਮਾਇਆ ਵੀ ਨਹੀਂ ਠੱਗ ਸਕੀ, ਜਿਹਨੇ ਤਿੰਨੇ ਲੋਕ ਠੱਗੇ ਹੋਏ ਹਨ। ਸਭ ਤੋਂ ਪਹਿਲੇ ਭਗਤ ਨੇ ਧਰੂਨ ਜੀ, ਬਾਬਾ ਪ੍ਰਹਲਾਦ ਜੀ, ਫਿਰ ਹਨ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹ ਸਨ ਪੂਰਨ ਬੁੱਧ ਵਾਲੇ। ਇਹੋ ਜਿਹੀ ਅਵਸਥਾ ਹੋਵੇ ਤਾਂ ਕਿਤੇ ਪਹੁੰਚ ਹੁੰਦਾ ਸੱਚਖੰਡ ਤੱਕ। ਅੱਜ ਧਾਰਮਿਕ ਆਗੂ ਦੇਖਿਆ ਕਦੇ ਹਰ ਕੀ ਕਥਾ ਸੁਣਾਉਂਦੇ। ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਹਰ ਕੀ ਹੈ ਤੇ ਕਿੱਥੇ ਹੈ। ਜੇ ਪਤਾ ਹੋਊ ਤਾਂ ਕਥਾ ਸੁਣਾਉਣਗੇ। ਇਹ ਤਾਂ ਸੰਸਾਰ ਦੀਆਂ ਕੁਝ ਗੱਲਾਂ, ਕੁਝ ਆਪ ਦੀਆਂ, ਕੁਝ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਸੁਣਾਉਂਦੇ ਨੇ ਤੇ ਅਖੀਰ ਵਿੱਚ ਕਹਿਣਗੇ, ਭਾਈ ਸੰਗਤ ਜੀ ਨਾਮ ਜਪਿਆ ਕਰੋ, ਸਮਾਂ ਬਹੁਤ ਭਿਆਨਕ ਹੈ। ਕਲਯੁਗ ਬਹੁਤ ਜ਼ੋਰਾਂ ਤੇ ਹੈ, ਕਲਯੁਗ ਹੁਣ ਜ਼ੁਬਾਨ ਹੋ ਗਿਆ। ਦਾਨ ਕਰਿਆ ਕਰੋ ਭਾਈ, ਮਾਇਆ ਸਫਲੀ ਕਰੋ, ਪੜੋ ਆਨੰਦ ਸਾਹਿਬ ਚਲੋ ਜੀ। ਲੋਕੀ ਖੁਸ਼, ਪੈਸਾ ਧੜਾ ਧੜ ਦੇ ਕੇ ਫਿਰ ਆਖਦੇ ਹਨ, ਬਾਬਾ ਜੀ ਕਿਰਪਾ ਰੱਖਿਓ, ਕਮਾਈ 'ਚ ਵਾਧਾ ਕਰਿਓ। ਓਏ ਭਲੇ ਮਾਨਸੋ, ਕਮਾਈ ਤਾਂ ਤੁਹਾਡੀ 'ਚ ਪਤਾ ਨਹੀਂ ਕਦੋਂ ਵਾਧਾ ਹੋਊ, ਬਾਬਿਆਂ ਦੀ ਕਮਾਈ 'ਚ ਜ਼ਰੂਰ ਵਾਧਾ ਹੋ ਗਿਆ। ਗੁਰਮੁਖ ਹੈ ਜਿਹੜਾ, ਉਹ ਸੱਚ ਦਾ ਉਪਦੇਸ਼ ਦਿੰਦੇ ਹਨ, ਉਹ ਮੰਗਦੇ ਨਹੀਂ। ਜੇ ਕੋਈ ਪੈਸਾ ਦਿੰਦਾ ਵੀ ਹੈ, ਉਸ ਨੂੰ ਆਪਣੀ ਲੋੜ ਅਨੁਸਾਰ ਵਰਤਦੇ ਹਨ, ਬਾਕੀ ਉਹਨਾਂ ਨੂੰ ਹੀ ਵਾਪਸ ਕਰ ਦਿੰਦੇ। ਅੱਗੋਂ ਆਖਦੇ ਹਨ ਗੁਰਮੁਖ, ਨਾ ਭਾਈ ਤੁਸੀਂ ਵੀ ਲੋੜ ਅਨੁਸਾਰ ਵਰਤੋ, ਵੱਧ ਸਮਾਂ ਨਾਮ ਧਨ ਪ੍ਰਾਪਤ ਕਰਨ ਤੇ ਲਾਵੋ। ਨਹੀਂ ਪਤਾ ਲੱਗਦਾ ਸਾਡੇ ਕੋਲ ਆਓ, ਆਪਾਂ ਬੈਠ ਕੇ ਵਿਚਾਰ ਕਰਦੇ ਹਾਂ। ਅਸੀਂ ਤੁਹਾਡੇ ਭਰਾ ਹਾਂ, ਭਾਈ ਹਾਂ। ਆਪਾਂ ਸਾਰਿਆਂ ਨੇ ਆਪਣੇ ਅਸਲੀ ਘਰ ਜਾਣਾ ਹੈ। ਮੋਹ ਮਾਇਆ ਨੂੰ ਤਿਆਗੋ। ਇਹ ਗੁਰਮੁਖ ਹੈ, ਉਹ ਇਸ ਤਰ੍ਹਾਂ ਦੀ ਵਿਚਾਰ ਰੱਖਦਾ। ਜਿਹੜਾ ਸੰਸਾਰੀ ਧਾਰਮਿਕ ਹੈ, ਉਹ ਇਸ ਤਰ੍ਹਾਂ ਦੀ ਵਿਚਾਰ ਰੱਖਦਾ ਜਿਹੜੀ ਪਹਿਲਾਂ ਤੁਹਾਨੂੰ ਦੱਸੀ। ਉਹ ਇੰਨਾ ਡਰਾ ਦਿੰਦੇ ਆ, ਬੰਦਾ ਡਰਦਾ ਮਾਰਾ ਹੀ ਸਾਰਾ ਕੁਝ ਕਰੀ ਜਾਂਦਾ। ਸੋ ਜਿਨ ਕੈ ਰਾਮ ਵਸੈ ਮਨ ਮਾਹੇ, ਮਹਿਮਾ ਨਾਲ ਜੁੜੇ ਹੋਏ ਹਨ। ਰਾਮ ਹਿਰਦੇ ਵਿੱਚ ਵਸਿਆ, ਭੋਜਨ ਪ੍ਰਚੰਡ ਗਿਆਨ ਹੈ। ਰਾਮ ਹੁਕਮ ਵਿੱਚ ਗੁੰਦਿਆ ਪਿਆ, ਜਿਵੇਂ ਫੁੱਲਾਂ ਦੀ ਮਾਲਾ ਹੁੰਦੀ ਹੈ। ਆਨੰਦ ਹੀ ਆਨੰਦ ਹੈ। ਨਾਮ ਪਦਾਰਥ ਪ੍ਰਾਪਤ ਹੈ, ਕੋਈ ਨਹੀਂ ਖੋ ਸਕਦਾ, ਨਾ ਕੋਈ ਸਾੜ ਸਕਦਾ, ਨਾ ਕੋਈ ਡੁਬੋ ਸਕਦਾ। ਐਸੇ ਗਿਆਨ ਨਾਲ ਰਾਮ ਹਿਰਦੇ ਵਿੱਚ ਪ੍ਰਸੰਨ ਹੈ, ਬਾ ਵਿਗਾਸ ਹੈ। ਨਾ ਉਹ ਮਰੇ ਨਾ ਠਾਗੇ ਜਾਏ, ਉਹ ਨਹੀਂ ਕੋਈ ਵੀ ਠੱਗ ਸਕਦਾ, ਨਾ ਉਹ ਮਰ ਸਕਦਾ। ਹੁਣ ਮਰਦੇ ਕੌਣ ਨੇ? ਮਰ ਮਰ ਗਏ ਜਿਨੀ ਰਾਮ ਨਾ ਜਾਣੇ। ਸੱਚਖੰਡ ਵੱਲੋਂ ਮਰਨਾ ਉਹ ਹੈ ਕਿ ਜਿਨ੍ਹਾਂ ਨੇ ਰਾਮ ਨੂੰ ਨਹੀਂ ਜਾਣਿਆ ਉਹ ਮਰ ਗਏ। ਜਿਨ੍ਹਾਂ ਨੇ ਰਾਮ ਨੂੰ ਜਾਣ ਲਿਆ ਉਹਨਾਂ ਕੋਲ ਸਤ ਜੀਵਨ ਹੈ। ਸੱਚਖੰਡ ਦੀ ਦ੍ਰਿਸ਼ਟੀ ਤੋਂ, ਸਾਡੀ ਦ੍ਰਿਸ਼ਟੀ ਤੋਂ ਮਰਨਾ ਉਹ ਹੈ ਜਿਹੜਾ ਸਰੀਰ ਛੱਡ ਗਿਆ। ਅਸੀਂ ਸਰੀਰ ਨੂੰ ਛੱਡਣਾ ਮਰਨਾ ਮੰਨਦੇ ਹਾਂ। ਸਾਡਾ ਮਰਨਾ ਵੀ ਹੋਰ ਹੈ, ਸਾਡਾ ਜੰਮਣਾ ਵੀ ਹੋਰ ਹੈ। ਗੁਰਮੁਖਾਂ ਦਾ ਵਾ ਸੱਚਖੰਡ ਦਾ ਜੰਮਣਾ ਮਰਨਾ ਵੀ ਹੋਰ ਹੈ। ਸੋ ਨਾ ਉਹ ਮਰੇ ਨਾ ਠਾਗੇ ਜਾਏ, ਨਾ ਉਹ ਮਰਦੇ ਨੇ, ਨਾ ਕੋਈ ਉਹਨਾਂ ਨੂੰ ਠੱਗੀ ਮਾਰ ਸਕਦਾ। ਕਿਹਨਾਂ ਦੇ ਨਾਲ? ਜਿਨ ਕੇ ਰਾਮ ਵਸੈ ਮਨ ਮਾਹੇ, ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਿਹੜਾ ਰਾਮ ਬੈਠਾ ਨਾ, ਬਸ ਹੀ ਵਸਦਾ। ਮਨ ਮਾਹੇ, ਮਨ ਉਹਦੇ ਅੰਦਰ ਚਲਾ ਜਾਵੇ। ਠੱਗੀ ਮਨ ਨਾਲ ਵੱਜਦੀ ਹੈ, ਤੇ ਜਦੋਂ ਮਨ ਹੀ ਰਾਮ ਦੇ ਵਿੱਚ ਸਮਾ ਗਿਆ, ਫਿਰ ਉਹਦੇ ਨਾਲ ਠੱਗੀ ਕਿੱਥੋਂ ਵੱਜੂਗੀ? ਤਿੱਥੈ ਭਗਤ ਵਸੈ ਕੇ ਲੋ, ਫਿਰ ਉੱਥੇ ਸ਼ਾਮਲ ਹੋ ਜਾਂਦਾ ਉਹ। ਕਿ ਤੋਂ ਭਾਵ ਹੈ ਕਿਤੇ, ਪਤਾ ਨਹੀਂ ਕਿੰਨੇ ਕਿੰਨੇ, ਕਿੰਨੀਆਂ ਕਿੰਨੀਆਂ ਹੀ ਭਾਸ਼ਾਵਾਂ ਹਨ। ਚਾਹੇ ਕਿਤੋਂ ਵੀ ਗਿਆਨ ਲੈ ਕੇ ਆਇਆ ਹੋਵੇ, ਜਿਵੇਂ ਫਰੀਦ ਜੀ ਸਨ ਹੋਰ ਮੱਤ ਵੱਲੋਂ ਆਏ, ਇੱਥੇ ਆ ਕੇ ਇੱਕ ਹੋ ਗਏ। ਲੋ ਹੁੰਦਾ ਭਾਵ ਆਤਮਿਕ ਰੌਸ਼ਨੀ, ਗਿਆਨ, ਸੋਝੀ, ਸਿੱਧੀ। ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ ਵੀ ਪਹਿਲਾਂ ਹੋਰ ਮੱਤਾਂ ਦੇ ਧਾਰਨੀ ਸਨ।
ਇੱਥੇ ਆ ਕੇ ਉਹ ਇੱਕ ਮੱਤ ਹੋ ਗਏ। ਉਹ ਮੱਤਾਂ ਛੱਡ ਦਿੱਤੀਆਂ, ਅਸਲੀ ਗਿਆਨ ਲੈ ਕੇ ਇੱਕ ਹੋਏ। ਇਸ ਦੁਆਰੇ ਤੋਂ ਹੀ ਘਰ ਜਾਇਆ ਜਾਂਦਾ ਹੈ। ਜਿਤ ਦੁਆਰੈ ਉਬਰੈ ਤੇ ਲਿਹੋ ਉਬਾਰ। ਜੋ ਸਹੀ ਸਹੀ ਗਿਆਨ ਸੀ ਪਹਿਲੀ ਮੱਤ ਵਾਲਾ ਰੱਖ ਲਿਆ, ਬਾਕੀ ਛੱਡ ਦਿੱਤਾ। ਤਾਂ ਹੀ ਤੀਸਰੇ ਪਾਤਸ਼ਾਹ ਕਹਿੰਦੇ ਆ ਨਾ, ਪ੍ਰਥਮੇ ਤਿਆਗੈ ਹਉਮੈ ਪ੍ਰੀਤ, ਪਹਿਲਾਂ ਤਾਂ ਇਹ ਛੱਡੀ। ਦੁਤੀਆ ਤਿਆਗੀ ਲੋਕਾਂ ਰੀਤ, ਫਿਰ ਦੂਜੇ ਨੰਬਰ ਤੇ ਲੋਕਾਂ ਵਾਲੀ ਰੀਤ ਛੱਡੀ, ਮਿੱਤ ਮਰਜ਼ਾਦਾ ਛੱਡੀ ਜੋ ਸੰਸਾਰ ਦੀ ਸੀ। ਇਹ ਤਾਂ ਬੜੀ ਔਖੀ ਹੈ। ਹੁਣ ਅਸੀਂ ਤਾਂ ਲੋਕਾਂ ਰੀਤ ਹੀ ਅਪਣਾਉਂਦੇ ਆ, ਵੀ ਜੋ ਪਿੱਛੋਂ ਚਲੀ ਆਉਂਦੀ ਹੈ ਜੀ, ਹੁਣ ਅਸੀਂ ਕਿਵੇਂ ਛੱਡ ਦਈਏ। ਪਰ ਗੁਰਬਾਣੀ ਤਾਂ ਕਹਿੰਦੀ ਵੀ ਛੱਡਣੀ ਪੈਂਦੀ ਹੈ। ਸੋ ਹਉਮੈ ਤੇ ਸੰਸਾਰੀ ਰੀਤੀ ਰਿਵਾਜ ਛੱਡ ਦਿੱਤੇ, ਨਿਰਾਕਾਰੀ ਨਾਮ ਪ੍ਰਾਪਤ ਕਰ ਲਿਆ। ਨਿਰਾਕਾਰੀ ਰੀਤ ਹੈ ਜਿਹਨੂੰ ਰਹਿਤ ਕਹਿੰਦੀ ਹੈ ਗੁਰਬਾਣੀ, ਉਹ ਅਪਣਾ ਲਈ। ਸਾਰੇ ਸੱਚਖੰਡ ਵਿੱਚ ਭਗਤ ਹੀ ਭਗਤ ਹਨ, ਸਾਰਿਆਂ ਦਾ ਇੱਕੋ ਹੀ ਆਕਾਰ ਹੈ। ਜਿਵੇਂ ਸਮੁੰਦਰ ਅਨੇਕਾਂ ਬੂੰਦਾਂ ਦਾ ਭਰਿਆ ਪਿਆ, ਕੱਲੀ ਕੱਲੀ ਬੂੰਦ ਹੈ, ਇਕੱਠੇ ਦਾ ਨਾਂ ਸਮੁੰਦਰ ਹੈ। ਸੋ ਇਸੇ ਤਰ੍ਹਾਂ ਹੀ ਸੱਚਖੰਡ ਹੈ, ਕੱਲੀ ਕੱਲੀ ਜਿਹੜੀ ਜੋਤ ਹੈ ਉਹ ਬੂੰਦ ਦੀ ਤਰ੍ਹਾਂ ਹੈ, ਇਕੱਠੀਆਂ ਜੋਤਾਂ ਸੁਖ ਸਾਗਰ ਹੈ, ਪਰਮੇਸ਼ਰ ਹੈ। ਇਸੇ ਕਰਕੇ ਉਸ ਨੂੰ ਪਰਮੇਸ਼ਰ ਆਖਿਆ ਜਾਂਦਾ। ਪਰਮ ਪਲਸ ਈਸ਼ਵਰ, ਪੁਨੀਤ ਏਸ਼ ਸ਼ੁੱਧ ਵਰ। ਜੋਗ ਸਾਰੇ ਨੂੰ ਪੁਨੀਤ ਕਰਨ ਦੇ ਯੋਗ ਨੇ ਤੇ ਕਰ ਰਹੇ ਹਨ ਹੁਕਮ ਰੂਪ ਦੇ ਵਿੱਚ। ਬਸ ਜੇ ਮਨਾਂ ਅਨੁਸਾਰੀ ਚੱਲੇ ਤਾਂ ਨਹੀਂ, ਪਰਮੇਸ਼ਰ ਫਿਰ ਵੀ ਗੁੱਸਾ ਨਹੀਂ ਕਰਦਾ, ਸਗੋਂ ਸਮੇਂ ਸਮੇਂ ਤੇ ਉਪਦੇਸ਼ ਦਿੰਦਾ ਰਹਿੰਦਾ ਹੈ। ਪਰਮੇਸ਼ਰ ਸਦਾ ਹੀ ਦਿਆਲ ਹੈ, ਕਿਰਪਾਲ ਹੈ, ਨਿਹਾਲ ਕਰਦਾ, ਕਮਾਲ ਕਰਦਾ। ਤੇ ਸੁਣ ਮਨਾ ਮੇਰਿਆ, ਤੂੰ ਤਾਂ ਸਦਾ ਹੀ ਕਲਾਲ ਹੈ, ਜਮਾਲ ਹੈ, ਨਿਢਾਲ ਹੈ, ਸੇ ਮਾਇਆ ਦਾ ਦਲਾਲ ਹੈ। ਸੋ ਛੱਡ ਦੇ ਖਿਆਲ ਅਤੇ ਚੱਲ ਭਾਣੇ ਨਾਲ। ਜਦੋਂ ਤੂੰ ਭਾਣੇ ਵਿੱਚ ਚੱਲੇਗਾ, ਉਹਦੀ ਰਜਾ ਵਿੱਚ ਚੱਲੇਗਾ, ਫਿਰ ਵੇਖੀ ਉਹਦੇ ਹੁਕਮ ਦੀ ਕਮਾਲ। ਜੋ ਵਰਤੂਗਾ ਭਾਣਾ ਉਹ ਤੇਰੇ ਸਾਹਮਣੇ ਹੋਵੇਗਾ। ਸੋ ਇਹ ਜ਼ਰੂਰੀ ਹੈ, ਜਿੰਨਾ ਚਿਰ ਹੈ ਮੇਰੇ ਮਨਾ ਤੂੰ ਇਸ ਬਿਰਤੀ ਨਾਲ ਨਹੀਂ ਜੀਵਨ ਬਤੀਤ ਕਰਦਾ, ਉਨਾ ਚਿਰ ਫਿਰ ਜੀਵਨ ਅਸਫਲ ਹੈ। ਸੋ ਕਰੈ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੋ ਸੱਚਖੰਡ ਹੈ ਸਤਯੁਗ, ਮਾਇਆ ਵਿੱਚ ਸਿਰਫ 3 ਯੁੱਗ ਨੇ। ਸਤਯੁਗ ਮਾਇਆ ਤੋਂ ਬਾਹਰ ਹੈ। ਇੱਕ ਵਾਰ ਸਤਯੁਗ ਚੋਂ ਨਿਕਲ ਆਤਮਾ 3 ਯੁੱਗਾਂ ਵਿੱਚ ਘੁੰਮਦੀ ਰਹਿੰਦੀ ਹੈ। ਮਹੱਲੇ ਪਹਿਲੇ ਵਿੱਚ ਵੀ ਪਾਤਸ਼ਾਹ ਕਹਿੰਦੇ ਆ, ਸੱਸੈ ਸਭ ਜਗ ਸਹਿਜ ਉਪਾਇਆ, 3 ਭਵਨ 1 ਜੋਤੀ। ਅੰਗ 930 ਦੇ ਉੱਪਰ ਇਹ ਵਚਨ ਹੈ। ਜਨਮ ਤੋਂ ਪਹਿਲਾਂ, ਮੌਤ ਤੋਂ ਬਾਅਦ ਤ੍ਰੇਤਾ ਯੁੱਗ ਹੈ। ਤ੍ਰੇਤੇ ਤੋਂ ਬਾਅਦ, ਤ੍ਰੇਤੇ ਤੋਂ ਬਣੇ ਹੈ ਤ੍ਰੇਤਾ, ਤ੍ਰੇੜ ਤੋਂ ਬਣੇ ਹੈ ਤ੍ਰੇਤਾ। ਆਤਮਾ ਸਾਬਤ ਨਹੀਂ ਰਹੀ, ਤ੍ਰੇੜ ਪੈ ਗਈ, ਭਾਵ ਭਰਮ ਹੋ ਗਿਆ, ਭਰਮ ਹੀ ਤ੍ਰੇੜ ਹੈ। ਦੁਆਪਰ ਹੈ ਮਾਤਾ ਦਾ ਗਰਭ, ਕਲਯੁਗ ਜਨਮ ਤੋਂ ਲੈ ਕੇ ਮੌਤ ਤੱਕ। ਇਹ ਗੁਰਬਾਣੀ ਦੇ 4 ਯੁੱਗ ਹਨ। ਸਤਯੁਗ ਪਹਿਲਾ, ਕਲਯੁਗ ਆਖਰੀ ਹੈ, ਦੂਜਾ ਤ੍ਰੇਤਾ ਹੈ, ਜਦੋਂ ਸ੍ਰਿਸ਼ਟੀ ਨਹੀਂ ਸੀ, ਅਗਨ ਰੂਪ ਮਾਇਆ ਨਹੀਂ ਹੁੰਦੀ। ਕੁਝ ਆਤਮਾਵਾਂ ਇੱਛਾ ਵਾ ਸੋਚ ਕਰਮ ਭਰਮ ਪੈਦਾ ਕਰ ਲੈਂਦੀਆਂ ਹਨ। ਇਹੋ ਮਨ ਦਾ ਭਰਮ ਹੈ, ਕਿਉਂਕਿ ਹਰ ਜੀਵ ਆਤਮਾ ਦੇ ਅੰਦਰ ਹੀ ਹੈ ਮਾਇਆ। ਜਿਸ ਨੇ ਪੈਦਾ ਕਰ ਲਈ ਉਸ ਲਈ ਤ੍ਰੇਤਾ ਹੈ, ਜਿਸ ਨੇ ਪੈਦਾ ਨਹੀਂ ਕੀਤੀ ਉਸ ਲਈ ਸਤਯੁਗ ਹੈ। ਆਤਮਾ ਆਪਣੇ ਮੂਲ ਪ੍ਰਾਤਮਾ ਤੋਂ ਭੰਗ ਹੁੰਦੀ ਹੈ, ਭਾਵ ਪ੍ਰਾਤਮਾ ਦੀ ਇੱਛਾ, ਧਿਆਨ, ਮਨ, ਫੁਰਨਾ ਇੱਕੋ ਹੀ ਗੱਲ ਹੈ। ਧਿਆਨ ਪ੍ਰਾਤਮਾ ਦਾ ਮਾਇਆ ਤੋਂ ਪ੍ਰਭਾਵਿਤ ਹੋ ਗਿਆ, ਉਸ ਨੂੰ ਤ੍ਰੇੜ ਜਾਂ ਦੁਤੇੜਾ ਆਖਿਆ ਗੁਰਬਾਣੀ ਵਿੱਚ। ਇੱਥੇ ਸਤਯੁਗ ਤੋਂ ਦੁਤੇੜਾ ਹੋ ਗਿਆ, ਇੱਥੋਂ ਦੀ ਗੱਲ ਹੈ ਉਹ। ਜਿਵੇਂ ਪਾਤਸ਼ਾਹ ਗੁਰਬਾਣੀ ਦੇ ਅੰਦਰ ਕਹਿੰਦੇ ਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਅਕਾਲ ਤੋਂ ਕਾਲ ਰੂਪ ਹੋ ਗਿਆ, ਸਾਗਰ ਤੋਂ ਬੂੰਦ ਹੋ ਗਿਆ, ਵਿਰਾਟ ਤੋਂ ਬੀਜ ਰੂਪ ਹੋ ਗਿਆ। ਭਰਮ ਦੇ ਆਂਡੇ ਵਿੱਚ ਆਤਮਾ ਬੰਦ ਹੋ ਗਈ। ਭਾਣੇ ਦਾ ਵਿਰੋਧ ਜੋ ਕੀਤਾ ਤਾਂ ਹੀ ਬੰਦ ਹੋਈ ਨਾ, ਭਾਣਾ ਮੰਨੇ ਤੇ ਬਾਹਰ ਜਾਵੇਗੀ। ਇਸੇ ਕਰਕੇ ਗੁਰਬਾਣੀ 'ਚ ਬਚਨ ਹੈ, ਬੰਦ ਖਲਾਸੀ ਭਾਣਾ ਹੋਏ। ਬਸ ਸ਼ੁਰੂ ਹੋ ਗਿਆ ਸਮਾਂ ਜਿਸ ਨੂੰ ਅਸੀਂ 84 ਕਹਿੰਦੇ ਹਾਂ। ਇਹ ਕੋਈ ਸਜ਼ਾ ਨਹੀਂ, ਸਗੋਂ ਤਰਸ ਹੈ, ਰਹਿਮ ਹੈ ਉਸ ਤ੍ਰੇੜ ਨੂੰ ਠੀਕ ਕਰਨ ਲਈ।
ਜਿੱਡੀ ਗਲਤੀ ਹੈ, ਬਿਮਾਰੀ ਹੈ, ਠੀਕ ਹੋਣ ਲਈ ਵੀ ਉਨਾ ਹੀ ਸਮਾਂ ਲੱਗਦਾ ਹੈ। ਹੁਣ ਤੱਕ ਤਾਂ ਅਸੀਂ ਜ਼ਖਮ ਰਾਜੀ ਹੀ ਕੀਤਾ ਹੈ, ਬਸ ਇਸ ਮਨੁੱਖਾ ਸਰੀਰ ਵਿੱਚ ਜ਼ਖਮ ਦਾ ਦਾਗ ਹੈ ਜੋ ਉਹ ਖਤਮ ਕਰਨਾ ਹੈ। ਆਤਮਾ ਤੇ ਪ੍ਰਾਤਮਾ ਦਾ ਦਾਗ ਭਰਮ ਖਤਮ, ਫਿਰ ਉਸੇ ਹੀ ਸਰੂਪ ਵਿੱਚ ਕਿ ਤੂੰ ਸਦਾ ਸਲਾਮਤ ਨਿਰੰਕਾਰ, ਸਾਬਤ ਸੂਰਤ ਦਸਤਾਰ ਸਿਰਾ ਸਤਜੁਗ ਵਿੱਚ ਹੈ। ਉੱਥੇ ਭਗਤ ਪੂਰਨ ਜੋਤਾਂ ਵਸਦੀਆਂ ਹਨ। ਉਹ ਕਰਦੀਆਂ ਕੀ ਹਨ? ਆਨੰਦ ਸੱਚਾ ਮਨ ਵਸਿਆ ਹੋਇਆ ਹੈ। ਖਰਾ ਆਨੰਦ ਉਹ ਸਦਾ ਹੀ ਆਨੰਦ ਵਿੱਚ ਹਨ। ਸੱਚ ਹੀ ਕਮਾ ਕੇ ਗਏ, ਸੱਚ ਉਹੀ ਹੈ, ਇੱਥੇ ਵੀ ਉੱਥੇ ਵੀ ਕੋਈ ਫਰਕ ਨਹੀਂ। ਉਸਤਤ ਦੇ ਜੋਗ ਹਨ ਸਭ, ਸੋਭਾ ਸੋਏ ਹੁੰਦੀ ਹੈ ਸੱਚ। ਮਨ ਵਿੱਚ ਸੱਚ ਤੇ ਸੱਚ ਦੀ ਸੋਭਾ, ਤੇ ਸੱਚ ਦੀ ਸੋਭਾ ਤੋਂ ਬਿਨਾਂ ਹੋਰ ਕੋਈ ਸੋਭਾ ਹੀ ਨਹੀਂ ਹੋ ਸਕਦੀ। ਇਸੇ ਕਰਕੇ ਲਿਖਿਆ ਕਰ ਆਨੰਦ ਸੱਚਾ ਮਨਿ ਸੋਏ। ਮਨ ਦੇ ਅੰਦਰ ਸੱਚਾ ਵਸਿਆ ਹੋਇਆ, ਹੁਕਮ ਵਸਿਆ ਹੋਇਆ, ਹੁਕਮ ਦੇ ਵਿੱਚ ਹੀ ਆਨੰਦ ਹੈ। ਸੱਚਖੰਡ ਵਸੈ ਨਿਰੰਕਾਰ। ਹੁਣ ਨਿਰੰਕਾਰ ਇੱਕ ਵਚਨ ਹੈ, ਨਾਉ ਹੈ, ਨਾਉਨ ਹੈ। ਨਿਰਾਕਾਰ ਦਾ ਵਿਸ਼ੇਸ਼ਣ ਹੈ, ਗੁਣ ਹੈ, ਜਿਹੜਾ ਇੱਕ ਹੈ। ਆਇਆ ਮੂਲ ਮੰਤਰ ਵਿੱਚ ਉਹ ਇੱਕ ਨਿਰੰਕਾਰ ਹੈ। ਭਗਤ ਇੱਕ ਹੈ, ਨਿਰੰਕਾਰ ਹੈ। ਨਿਰਾਕਾਰ ਉਸ ਦੀ ਵਿਸ਼ੇਸ਼ਤਾ ਹੈ, ਆਕਾਰ ਨਹੀਂ ਹੈ। ਜਿਵੇਂ ਮਿੱਠਾ ਕਈ ਚੀਜ਼ਾਂ ਵਿੱਚ ਹੈ, ਜੇ ਕੋਈ ਕਹੇ ਕਿ ਮਿੱਠਾ ਲਿਆ, ਅਗਲਾ ਪੁੱਛੂ ਕਿਹੜਾ, ਪਰ ਨਿਰਾਕਾਰ ਇੱਕ ਹੈ, ਉਸ ਵਰਗੀ ਹੋਰ ਕੋਈ ਵਸਤੂ ਨਹੀਂ। ਸੱਚਖੰਡ ਵਿੱਚ ਸਾਰੇ ਨਿਰੰਕਾਰ ਹੀ ਹਨ। ਸੰਸਾਰ ਵਿੱਚ ਕੋਈ ਐਸੀ ਚੀਜ਼ ਨਹੀਂ ਜੋ ਉਸ ਦੇ ਮੁਕਾਬਲੇ ਦੀ ਹੋਵੇ। ਜਿਵੇਂ ਫੌਜ ਇੱਕ ਹੈ ਪਰ ਫੌਜੀ ਅਨੇਕਾਂ ਹਨ, ਇਸੇ ਤਰ੍ਹਾਂ ਹੀ ਸੱਚਖੰਡ ਵਿੱਚ ਸਾਰਿਆਂ ਦੀ ਸ਼ੁੱਧ ਆਤਮਾਵਾਂ ਹਨ। ਉਹਨਾਂ ਨੂੰ ਹੀ ਪਰਮੇਸ਼ਰ ਕਿਹਾ ਜਾਂਦਾ ਹੈ। ਓਅੰਕਾਰ ਦੇ ਅੱਗੇ ਹੀਕਾ ਲਾ ਕੇ ਸੰਸਾਰੀ ਮਤਾਂ ਦੀ ਅਨੇਕਤਾ ਰੱਦ ਕੀਤੀ ਹੈ। ਦੁਨੀਆ ਵਿੱਚ ਅਨੇਕਤਾ ਹੈ, ਨਿਰਾਕਾਰੀ ਦੁਨੀਆ ਵਿੱਚ ਏਕਤਾ ਹੈ, ਅਖੰਡਤਾ ਹੈ। ਅਨੇਕਤਾ ਨਹੀਂ। ਅਸੀਂ ਅੱਜ ਵੀ ਅਨੇਕਤਾ ਵਿੱਚ ਵੰਡੇ ਹੋਏ ਹਾਂ, ਕਿਉਂਕਿ ਬਾਹਰੋਂ ਭੇਖ ਧਾਰਮਿਕ ਹੈ, ਅੰਦਰੋਂ ਸੰਸਾਰੀ ਹਾਂ, ਤਾਂ ਹੀ ਅਨੇਕਤਾ ਹੈ। ਕੋਈ ਕਹਿੰਦਾ ਅਸੀਂ ਟਕਸਾਲੀ ਹਾਂ, ਰਾੜੇ ਵਾਲੇ ਹਾਂ, ਪਿੰਡਰਾਂ ਵਾਲੇ ਹਾਂ, ਟਾਂਡੇ ਵਾਲੇ ਹਾਂ, ਨਾਨਕਸਰ ਵਾਲੇ ਹਾਂ, ਰਾਧਾ ਸੁਆਮੀ ਹਾਂ, ਸੁਨੇਰਾਂ ਵਾਲੇ ਹਾਂ, ਢੰਡਰੀਆਂ ਵਾਲੇ ਹਾਂ, ਹੋਰ ਪਤਾ ਨਹੀਂ ਕੀ ਕੀ ਹਾਂ। ਅਸੀਂ ਗੁਰਬਾਣੀ ਦੀਆਂ ਪੰਕਤੀਆਂ ਵੀ ਵੰਡ ਲਈਆਂ ਹਨ, ਅਰਥ ਵੀ ਬਦਲ ਲਏ। ਥਾਲ ਵਿੱਚ ਤਿੰਨੀ ਵਸਤੂ ਪਾਈਓ ਦਾ ਅਰਥ ਕੀ ਕਰ ਲਿਆ ਕਿ ਥਾਲ ਵਿੱਚ ਤਿੰਨ ਵਸਤੂਆਂ ਪਾਈਆਂ ਹਨ। ਹੁਣ ਗੁਰਬਾਣੀ ਇੱਕ ਦੀ ਗੱਲ ਕਰਦੀ ਹੈ, ਅਸੀਂ ਤਿੰਨ ਬਣਾ ਲਏ। ਅਰਥ ਤਿੰਨ ਕਰਦੇ ਹਨ। ਤਿੰਨ ਪਹਿਲਾਂ ਹੀ ਭਾਈ ਇੱਕ ਹੋਣ ਲਈ ਆਏ। ਤਿੰਨ ਤਾਂ ਅਸੀਂ ਪਹਿਲਾਂ ਹੀ ਸੀਗੇ। ਤਿੱਥੈ ਘੜੀਐ ਸੁਰਤ ਮਤ ਮਨ, ਇਹ ਤਿੰਨਾਂ ਨੂੰ ਤਾਂ ਘੜਨਾ ਸੀ, ਤਾਂ ਇੱਕ ਬੁੱਧੀ ਬਣਨੀ ਸੀ। ਮਨਾ ਅਸੀਂ ਇੱਕ ਹੋਣ ਵਾਸਤੇ ਆਏ ਹਾਂ। ਇਸੇ ਕਰਕੇ ਪੰਜਵੇਂ ਪਾਤਸ਼ਾਹ ਆਖਦੇ ਹਨ ਕਿ ਯਾ ਯੁਗ ਮਹਿ ਏਕੇ ਕੋ ਆਇਆ, ਜਨਮਤ ਮੋਹਿਓ ਮੋਹਣੀ ਮਾਇਆ। ਅਨੇਕਤਾ ਨੂੰ ਮਨਾ ਛੱਡ, ਏਕਤਾ ਦੇ ਵਿੱਚ ਆ। ਏਕਤਾ ਹੁਕਮ ਨਾਲ ਹੀ ਹੋਣੀ ਹੈ। ਜਦੋਂ ਤੂੰ ਹੁਕਮ ਨਾਲ ਇੱਕ ਹੋ ਗਿਆ, ਫਿਰ ਸੱਚਖੰਡ ਵਸੈ ਨਿਰੰਕਾਰ। ਸੱਚ ਤੇਰੇ ਹਿਰਦੇ ਵਿੱਚ ਹੈ, ਖੰਡ ਹੁੰਦਾ ਹਿੱਸਾ। ਜਿਹੜਾ ਸੱਚ ਤੋਂ ਟੁੱਟ ਕੇ ਝੂਠ ਨਾਲ ਹਿੱਸਾ ਜੁੜਿਆ ਹੋਇਆ, ਉਹ ਹੈ ਮਨ। ਉਸ ਮਨ ਨੂੰ ਸੱਚ ਨਾਲ ਜੋੜਨਾ, ਆਪਣੇ ਮੂਲ ਨਾਲ ਜੋੜਨਾ, ਮਨ ਨੂੰ ਵਸਾਉਣਾ ਹੈ ਉੱਥੇ ਲਿਜਾ ਕੇ। ਜਦੋਂ ਮਨ ਆਪਣੇ ਮੂਲ ਬਾ ਸੱਚ ਨਾਲ ਜੁੜ ਗਿਆ, ਤਾਂ ਇਹਨੇ ਉਸੇ ਵੇਲੇ ਆਕਾਰ ਤੋਂ ਨਿਰਾਕਾਰ ਬਣ ਜਾਣਾ। ਇਸੇ ਨੂੰ ਕਹਿੰਦੇ ਹਨ ਸੱਚਖੰਡ ਵਸੈ ਨਿਰੰਕਾਰ। ਇੱਥੋਂ ਤੱਕ ਕਿ ਅੱਜ ਦਾ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤਾ ਗਿਆ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।